ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀਓ। ਸ਼੍ਰੀ ਨਾਨਕ ਪਦ ਪੰਕਜ ਬੰਦਨ, ਸਿਮਰਉ ਅੰਗਦ ਦੋਖ ਨਿਕੰਦਨ। ਅਮਰਦਾਸ ਗੁਰ ਹਿਰਦੇ ਧਿਆਵਾ, ਸ਼੍ਰੀ ਗੁਰੂ ਰਾਮਦਾਸ ਗੁਣ ਗਾਵਾ। ਸ਼੍ਰੀ ਅਰਜਨ ਬਿਘਨਨ ਕੇ ਨਾਸ਼ਕ, ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ। ਧਰਉ ਧਰਾ ਪਰ ਪੁਨ ਪੁਨ ਸੀਸਾ, ਬੰਦਾ ਬਾਰ ਬਾਰ ਜਗਤੀਸਾ। ਗੁਰੂ ਨਾਨਕ ਪਰਸੋਤਮੰ ਪਰਮ ਪੁਰਾਵਰ ਨਾਥ, ਜੁਗਲ ਚਰਨ ਮਮ ਬੰਦਨਾ। ਦਰ ਪਰ ਦਰ ਘਰ ਮਾਥ, ਜੁਗਲ ਚਰਨ ਮਮ ਬੰਦਨਾ। ਦਰ ਪਰ ਦਰ ਘਰ ਮਾਥ। ਪਰਮ ਸਨਮਾਨਯੋਗ ਚਬਰ ਛਤਰ ਤਖਤ ਦੇ ਮਾਲਕ ਵਾਲੀਏ ਕੁਲ ਆਲਮ ਸ਼ਬਦ ਗੁਰੂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾਤਾਰ ਪਿਤਾ ਜੀ, ਪਾਤਸ਼ਾਹ ਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਸੁਭਾਈਮਾਨ ਸਤਿਕਾਰਯੋਗ ਸਤ ਸੰਗੀ ਜਨੋ ਵਡਭਾਗੇ ਹਾਂ। ਮਾਲਕ ਜੀਆਂ ਦੀ ਅਪਾਰ ਰਹਿਮਤ ਬਖਸ਼ਿਸ਼ ਕਿਰਪਾ ਦੇ ਸਦਕਾ ਸਜੇ ਹੋਏ ਸੰਧਿਆ ਦੇ ਸਮੇਂ ਦੀਵਾਨਾਂ ਅੰਦਰ ਹਾਜ਼ਰੀਆਂ ਭਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਆਓ ਪਾਵਨ ਅਸਥਾਨ ਤੋਂ ਚੱਲ ਰਹੀ ਗੁਰ ਇਤਿਹਾਸ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਮਨ ਬਿਰਤੀਆਂ ਨੂੰ ਸਤਿਗੁਰੂ ਸਾਹਿਬ ਜੀਆਂ ਦੇ ਚਰਨਾਂ ਵਿੱਚ ਇਕਾਗਰਚਿਤ ਕਰਦਿਆਂ ਅਦਬੋ ਸਤਿਕਾਰ ਸਹਿਤ ਕਹੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਚੱਲ ਰਹੇ ਦੀਵਾਨਾਂ ਦੇ ਵਿੱਚ ਆਪ ਜੀ ਪ੍ਰਸੰਗ ਸਰਵਣ ਕਰ ਰਹੇ ਸੀ ਕਿ ਸਤਿਗੁਰੂ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਖਡੂਰ ਸਾਹਿਬ ਦੀ ਧਰਤੀ ਨੂੰ ਛੱਡ ਕਰਕੇ, ਕਿਉਂਕਿ ਉਸ ਜਗ੍ਹਾ ਤੇ ਤਪਾ ਜਿਸ ਦਾ ਨਾਮ ਪ੍ਰਿੰਸੀਪਲ ਸਤਬੀਰ ਸਿੰਘ ਹੋਰਾਂ ਨੇ ਸ਼ਿਵ ਨਾਮ ਕਰਕੇ ਲਿਖਿਆ ਹੈ, ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਜਿਸ ਟਾਈਮ ਦੇ ਉੱਤੇ ਹਜ਼ੂਰ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਇਸ ਸਥਾਨ ਤੇ ਆਏ ਨਹੀਂ ਸੀ। ਪਾਤਸ਼ਾਹ ਜੀ ਦੇ ਆਉਣ ਤੋਂ ਪਹਿਲਾਂ ਇਹਦਾ ਕਾਫੀ
ਅਸਰ ਸੀ, ਕਾਫੀ ਪ੍ਰਭਾਵ ਸੀ। ਜਾਦੂ ਟੂਣਿਆਂ ਦੇ ਵਿੱਚ ਲੋਕਾਂ ਨੂੰ ਭਰਮ ਦੇ ਵਿੱਚ ਪਾ ਦੇਣਾ। ਪਰ ਜਿਉਂ ਹੀ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਇਸ ਪਾਵਨ ਅਸਥਾਨ ਤੇ ਆਉਂਦੇ ਨੇ, ਸਾਰੇ ਸੱਚ ਦੇ ਨਾਲ ਜੁੜਨਾ ਕਰਦੇ ਨੇ। ਇਹਦੀ ਝੂਠ ਦੀ ਦੁਕਾਨ ਬੰਦ ਹੁੰਦੀ ਜਾਪੀ। ਕਾਫੀ ਚਾਲਾਂ ਇਹਨੇ ਚੱਲੀਆਂ, ਪਰ ਹੁਣੇ ਕਾਮਯਾਬ ਹੋਇਆ ਏ। ਸਤਿਗੁਰੂ ਜੀ ਨੂੰ ਇਹਨੇ ਇਸ ਨਗਰ ਤੋਂ ਵਾਰ-ਵਾਰ ਕਿਸਾਨਾਂ ਨੂੰ ਕਹਿਣ ਦੇ ਨਾਲ, ਜਿਵੇਂ ਉਹਨਾਂ ਨੇ ਵਿਰੋਧ ਕੀਤਾ, ਹਜ਼ੂਰ ਜੀ ਨੇ ਇਸ ਨਗਰ ਨੂੰ ਛੱਡਣਾ ਕੀਤਾ। ਜਿਸ ਪਾਵਨ ਅਸਥਾਨ ਤੇ ਗਏ, ਉਸ ਦਾ ਨਾਮ ਖਾਨ ਛਾਪਰੀ ਕਰਕੇ ਆਇਆ ਹੈ। ਖਾਨ ਰਜਾਦੇ ਦੀ ਇਹ ਜੂਹ ਹੈ, ਜਿੱਥੇ ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਪਿੰਡ ਦਾ ਨਾਂ ਹੈ, ਉਸ ਅਸਥਾਨ ਤੇ ਮਹਾਰਾਜ ਜੀ ਗਏ ਨੇ। ਅੱਜ ਵੀ ਉੱਥੇ ਗੁਰਦੁਆਰਾ ਸਾਹਿਬ ਸੁਸ਼ੋਭਿਤ ਹੈ। ਜਦੋਂ ਪਾਤਸ਼ਾਹ ਜੀ ਉਸ ਜਗ੍ਹਾ ਤੇ ਗਏ, ਬਾਬਾ ਬੁੱਢਾ ਜੀ ਨਾਲ ਨੇ, ਹੋਰ ਸੰਗਤਾਂ ਬੇਅੰਤ ਸੰਗਤਾਂ ਨਾਲ ਨੇ। ਇੰਨੇ ਸਮੇਂ ਨੂੰ ਬਾਬਾ ਅਮਰਦਾਸ ਜੀ, ਜੋ ਗੋਇੰਦਵਾਲ ਦੀ ਧਰਤੀ ਤੇ ਰਹਿ ਕਰਕੇ ਪਾਤਸ਼ਾਹ ਜੀ ਦੇ ਬਚਨਾਂ ਦੇ ਅਨੁਸਾਰ ਆਪਣੇ ਜੀਵਨ ਨੂੰ ਸੇਵਾ ਦੇ ਵਿੱਚ ਲਾ ਕਰਕੇ ਉਸ ਅਸਥਾਨ ਦੀ ਸੇਵਾ ਕਰਵਾ ਰਹੇ ਨੇ। ਖਡੂਰ ਸਾਹਿਬ ਆਉਂਦੇ ਨੇ, ਧਰਮਸ਼ਾਲਾ ਦੇ ਵਿੱਚ ਦੇਖਦੇ ਨੇ, ਨਾ ਤੇ ਸਤਿਗੁਰੂ ਜੀ ਨੇ, ਨਾ ਉਹਨਾਂ ਦੇ ਸਿੱਖ ਨੇ। ਪੁੱਛਣਾ ਕਰਦੇ ਨੇ, ਭਾਈ ਇਸ ਤਰ੍ਹਾਂ ਦਾ ਕਿਹੜਾ ਕਾਰਜ ਪੈ ਗਿਆ ਜੋ ਸਤਿਗੁਰੂ ਜੀ ਇਸ ਜਗ੍ਹਾ ਨੂੰ ਛੱਡ ਕਰਕੇ ਉਹ ਜਾਣਾ ਕੀਤਾ ਏ? ਚਲੋ ਮੰਨ ਲੈਂਦੇ ਆ ਕਿ ਪਾਤਸ਼ਾਹ ਜੀ ਗਏ, ਉਹਨਾਂ ਦੇ ਨਾਲ ਇੱਕ ਸਿੱਖ ਜਾਂ ਦੋ ਸਿੱਖ ਹੋਣਗੇ ਜੋ ਪਾਤਸ਼ਾਹ ਜੀ ਦੇ ਨਾਲ ਜਾਂਦੇ। ਪਰ ਇਸ ਧਰਮਸ਼ਾਲਾ ਨੂੰ ਛੱਡਣ ਦਾ ਕਾਰਨ ਕੀ ਹੈ? ਜਦੋਂ ਪਤਾ ਲੱਗਾ, ਸਾਰੀ ਕਥਾ, ਸਾਰੀ ਵਿਥਿਆ ਜਿਹੜੀ ਪਤਾ ਲੱਗੀ, ਬਾਬਾ ਅਮਰਦਾਸ ਜੀ ਨੂੰ ਕਹਿੰਦੇ ਨੇ ਕਿ ਤਪੇ ਨੇ, ਭਾਵ ਕਿ ਸ਼ਿਵਨਾਵ ਨੇ ਬਹੁਤ ਵੱਡਾ ਅਪਰਾਧ ਕੀਤਾ ਹੈ। ਉਹਨੇ ਤੇ ਕੀਤਾ ਹੀ ਹੈ, ਨਾਲ ਉਹਦੇ ਕਹੇ ਦੇ ਅਨੁਸਾਰ ਜੋ ਪਿੰਡ ਦੇ ਲੋਕ ਹਨ, ਉਹ ਗੁਰੂ ਜੀ ਦੀ ਅਜ਼ਮਤ ਤੋਂ ਚੰਗੀ ਤਰ੍ਹਾਂ ਜਾਣੂ ਹਨ, ਗੁਰੂ ਜੀ ਦੇ ਗਿਆਨ ਤੋਂ ਚੰਗੀ ਤਰ੍ਹਾਂ ਜਾਣੂ ਹਨ। ਜਿਸ ਵਿਅਕਤੀ ਨੇ ਇਹ ਸਾਰੀ ਵਿਥਿਆ ਸੁਣਾਈ, ਉਹ ਕਹਿੰਦਾ ਜੀ ਪਿੰਡ ਵਾਲਿਆਂ ਨੂੰ ਤੇ ਇਹ ਸੀ ਕਿ ਤਪੇ ਦੇ ਕਹਿਣ ਦੇ ਅਨੁਸਾਰ ਮੀਂਹ ਪਵੇਗਾ, ਬਾਰਿਸ਼ ਪਵੇਗੀ, ਤੇ ਉਹਨਾਂ ਨੇ ਤਾਂ ਕਰਕੇ ਸਤਿਗੁਰੂ ਜੀ ਨੂੰ ਕਿਹਾ ਕਿ ਤੁਸੀਂ ਇਸ ਨਗਰ ਤੋਂ ਚਲੇ ਜਾਵੋ। ਨਾ ਤੁਸੀਂ ਚੰਗੀ ਤਰ੍ਹਾਂ ਗ੍ਰਹਿਸਤ ਨੂੰ ਅਪਣਾਇਆ ਹੈ ਤੇ ਨਾ ਤੁਸੀਂ ਫਕੀਰੀ ਨੂੰ ਅਪਣਾਇਆ ਹੈ। ਭਾਵ ਜੇਕਰ ਤੁਸੀਂ ਫਕੀਰ ਹੋ, ਤੁਹਾਨੂੰ ਗ੍ਰਹਿਸਤ ਛੱਡਣੀ ਪਵੇਗੀ। ਗ੍ਰਹਿਸਤੀ ਵੀ ਹੋ ਤੇ ਫਕੀਰ ਵੀ ਆਪਣੇ ਆਪ ਨੂੰ ਦੱਸਦੇ ਹੋ। ਇਸ ਤਰ੍ਹਾਂ ਦੇ ਹਜ਼ੂਰ ਜੀ ਨੂੰ ਕਹਿੰਦੇ, ਉਹਨਾਂ ਬਚਨ ਕਹਿ ਕੇ ਇਸ ਨਗਰ ਤੋਂ ਜਾਣ ਲਈ ਕਿਹਾ ਹੈ। ਆਓ ਅਗਲਾ ਪ੍ਰਸੰਗ ਕਵੀ ਜੀ ਇਸ ਤਰ੍ਹਾਂ ਬਿਆਨ ਕਰ ਰਹੇ ਨੇ। ਸੁਨ ਰਾਹਕ ਮੂਰਖ ਮਤ ਆਏ, ਨਿਕ ਸੋਹ ਗ੍ਰਾਮ ਕਠੋਰ ਅਲਾਏ। ਹੁਣ ਉਹ ਵਿਅਕਤੀ ਅਜੇ ਵੀ ਦੱਸ ਰਿਹਾ, ਕਹਿੰਦੇ ਨੇ ਕਿ ਜਿਸ ਵਕਤ ਤਪੇ ਨੇ, ਸ਼ਿਵਨਾਭ ਨੇ ਇਹ ਸਾਰੀ ਗੱਲ ਪਿੰਡ ਵਾਲਿਆਂ ਨੂੰ, ਕਿਸਾਨਾਂ ਨੂੰ ਕਹੀ, ਹਜ਼ੂਰ ਜੀ ਨੇ ਇਸ ਨਗਰ ਨੂੰ ਛੱਡ ਦਿੱਤਾ। ਕਹਿੰਦੇ ਮੀਂਹ ਤੇ ਨਹੀਂ ਅਜੇ ਤੱਕ ਪਿਆ, ਪਰ ਜਿਸ ਟਾਈਮ ਦੇ ਉੱਤੇ ਉਹ ਆਈ ਸੀ, ਉਹਦੀਆਂ ਗੱਲਾਂ ਨੂੰ ਸੁਣ ਕੇ ਬੜੇ ਕਠੋਰ ਬਚਨ ਕਹੀ ਸੀ ਪਾਤਸ਼ਾਹ ਜੀ ਨੂੰ। ਛਿਮਾ ਧਾਰ ਗੁਰ ਵਹਿਰ ਪਧਾਰੇ, ਨਹਿ ਘਨ ਬਰਖੇ ਕਿਨਹੁ ਨਿਹਾਰੇ। ਕਹਿੰਦੇ ਖਿਮਾ ਦੇ ਖਜ਼ਾਨੇ, ਭਾਵ ਕਿ ਮੁਆਫ ਕਰਨ ਵਾਲੇ ਧੰਨ ਗੁਰੂ ਅੰਗਦ ਸਾਹਿਬ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਇਸ ਪਿੰਡ ਤੋਂ ਆਪਣੇ ਸਿੱਖਾਂ ਦੇ ਨਾਲ ਕਹਿੰਦੇ ਪਿੰਡ ਨੂੰ ਉਹਨਾਂ ਛੱਡਣਾ ਕੀਤਾ ਹੈ। ਨਹਿ ਘਨ ਬਰਖੇ ਕਿਨਹੁ ਨਿਹਾਰੇ, ਅਜੇ ਤੱਕ ਵੀ ਬਰਖਾ ਨਹੀਂ ਹੋਈ, ਅਜੇ ਤੱਕ ਮੀਂਹ ਨਹੀਂ ਪਿਆ। ਕਰੀ ਅਵਗਿਆ ਸਤਿਗੁਰ ਕੇਰੀ, ਤਪਹਿ ਤਪਾ ਮਤ ਸਰ ਤੇ ਹੀਰੀ। ਉਹ ਕਹਿ ਰਿਹਾ, ਕਹਿੰਦਾ ਕਿ ਤਪੇ ਨੇ ਇਹ ਬੜੀ ਤਕੜੀ ਅਵਗਿਆ ਕੀਤੀ ਹੈ। ਹੋਵੇਗਾ ਗੁਰੂ ਦੀ ਅਜ਼ਮਤ ਤੋਂ ਜਾਣਨ ਵਾਲਾ, ਗੁਰੂ ਦੇ ਪਿਆਰ ਦੇ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕਰਨ ਵਾਲਾ ਕੋਈ ਸਿੱਖ ਜਾਂ ਪਾਤਸ਼ਾਹ ਜੀ ਦੇ ਚਰਨਾਂ ਦਾ ਭਵਰਾ। ਕਹਿੰਦੇ ਇਹ ਅਸੀਂ ਜਾਣਦੇ ਹਾਂ ਕਿ ਤਪੇ ਨੇ ਬੜੀ ਭਾਰੀ ਅਵਗਿਆ ਕੀਤੀ ਹੈ, ਬਹੁਤ ਗਲਤ ਕੰਮ ਕੀਤਾ ਹੈ। ਪਰ ਹਾਂ, ਭਇਓ ਅਬਹਿ ਅਪਰਾਧੀ ਇਹੋ, ਉਚਿਤ ਡੰਡ ਕੇ 100 ਲੱਖ ਲੇਹੋ। ਕਹਿੰਦੇ ਇਹ ਅਪਰਾਧੀ ਹੈ, ਭਾਰੀ ਅਪਰਾਧੀ ਹੈ, ਗੁਨਾਹਗਾਰ ਹੈ।
ਤੇ ਇਹਨੂੰ ਇਹਦੇ ਕੀਤੇ ਦੀ ਸਜ਼ਾ ਜ਼ਰੂਰ ਮਿਲੇਗੀ ਕਿ ਸੱਚ ਨੂੰ ਇੱਕ ਪਾਸੇ ਕਰਕੇ ਭਾਵ ਕਿ ਆਪਣੀ ਦੁਕਾਨ ਚਲਾਉਣ ਦੇ ਲਈ, ਝੂਠ ਦੀ ਦੁਕਾਨ ਚਲਾਉਣ ਦੇ ਲਈ ਦੂਜਿਆਂ ਦਾ ਇਹਨੇ ਸਹਾਰਾ ਲਿਆ, ਦੂਜਿਆਂ ਦੇ ਭਾਵ ਕਿ ਇਹਨੇ ਉਹਨਾਂ ਨੂੰ ਸਮਝਾਉਣਾ ਕੀਤਾ, ਕਹਿ ਕੇ ਪਾਤਸ਼ਾਹ ਜੀ ਨੂੰ ਇਸ ਨਗਰ ਤੋਂ ਬਾਹਰ ਕਢਵਾ ਦਿੱਤਾ ਹੈ। ਇਸ ਕਰਕੇ ਮਨ ਬਚ ਕ੍ਰਮ ਤੇ ਕਬ ਪ੍ਰਕਾਰਾ, ਨਹਿ ਕੀਨਸ ਤਦਪ ਦੁਰਚਾਰਾ। ਹੁਣ ਉਹ ਕਹਿ ਰਿਹਾ, ਵੇਖੋ ਜੀ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀਆਂ ਦੀ ਸ਼ਖਸੀਅਤ ਤੇ ਇਸ ਤਰ੍ਹਾਂ ਦੀ ਹੈ, ਨਾ ਤੇ ਮਹਾਰਾਜ ਜੀ ਨੇ ਮਨ ਬਚ ਕ੍ਰਮ ਤੇ ਕਬ ਅਪਕਾਰਾ। ਮਨ ਕਹਿੰਦੇ ਨੇ, ਕਹਿੰਦੇ ਭਾਵ ਕਿ ਕਦੇ ਵੀ ਹਜ਼ੂਰ ਜੀ ਨੇ ਮਨ ਦੇ ਵਿੱਚ ਕਦੀ ਕਿਸੇ ਦੇ ਲਈ ਕੋਈ ਮਾੜਾ ਬਚਨ ਨਹੀਂ ਲਿਆਂਦਾ, ਮਾੜਾ ਖਿਆਲ ਨਹੀਂ ਲਿਆਂਦੇ। ਬਚ ਕਹਿੰਦੇ ਨੇ ਬਚਨਾਂ ਨੂੰ। ਹਜ਼ੂਰ ਜੀ ਨੇ ਕਦੇ ਵੀ ਕਿਸੇ ਪ੍ਰਤੀ ਆਪਣੀ ਰਸਨਾ ਤੋਂ ਮਾੜਾ ਬਚਨ ਨਹੀਂ ਬੋਲਿਆ। ਕ੍ਰਮ ਕਦੀ ਵੀ ਹਜ਼ੂਰ ਜੀ ਨੇ ਕਿਸੇ ਦਾ ਮਾੜਾ ਨਹੀਂ ਕੀਤਾ, ਨਾ ਤੇ ਉਹ ਮਨ ਕਰਕੇ, ਨਾ ਬਚਨਾ ਕਰਕੇ, ਨਾ ਕ੍ਰਮ ਕਰਕੇ। ਕਬ ਅਪਕਾਰਾ, ਕਦੋਂ ਕਿਸੇ ਦਾ ਮਾੜਾ ਕੀਤਾ ਹੈ, ਕਦੋਂ ਕਿਸੇ ਦਾ ਇਹ ਸੋਚਿਆ ਕਿ ਬੁਰਾ ਹੋਵੇ। ਹਮੇਸ਼ਾ ਹੀ ਇਹ ਸੋਚਦੇ ਨੇ ਕਿ ਸਾਰਿਆਂ ਦਾ ਭਲਾ ਹੋਣਾ ਚਾਹੀਦਾ ਏ, ਸਾਰਿਆਂ ਨੂੰ ਇੱਕ ਅਕਾਲ ਪੁਰਖ ਪਰਮਾਤਮਾ ਦੇ ਹੁਕਮ ਦੇ ਅਨੁਸਾਰ ਆਪਣੀ ਜ਼ਿੰਦਗੀ ਬਤੀਤ ਕਰਨੀ ਚਾਹੀਦੀ ਹੈ। ਨੈ ਨੀਕਸ ਤਦਪ ਦੁਰਚਾਰਾ, ਕਹਿੰਦੇ ਪਰ ਤਾਂ ਵੀ ਇਸ ਪਾਪੀ ਨੇ ਉਹਨਾਂ ਦਾ ਬੁਰਾ ਸੋਚਿਆ ਏ। ਜੋ ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਨਿਰਵੈਰ ਤੇ ਨਿਰਮਲ ਹੈ, ਮੈਲ ਤੋਂ ਰਹਿਤ ਨੇ, ਉਹਨਾਂ ਬਾਰੇ ਇਹਨੇ ਮਾੜਾ ਸੋਚਿਆ ਏ। ਕਰਤ ਦਵੈਸ਼ ਕੋ ਕਾਰਨ ਬਿਨਾ, ਇਸ ਤੇ ਅਪਰਾਧੀ ਕੋ ਘਣਾ। ਕਹਿੰਦੇ ਇਸ ਪਾਪੀ ਨੇ ਹਜ਼ੂਰ ਜੀ ਦੇ ਨਾਲ ਭਾਵ ਕਿ ਸਤਿਗੁਰੂ ਜੀ ਦੇ ਨਾਲ ਇਹ ਈਰਖਾ ਕਰਦਾ ਸੀ, ਤੇ ਇਹਦੇ ਤੋਂ ਵੱਡਾ ਅਪਰਾਧੀ ਕੋਈ ਹੋਰ ਨਹੀਂ ਹੋ ਸਕਦਾ, ਇਹਦੇ ਤੋਂ ਵੱਡਾ ਪਾਪੀ ਕੋਈ ਹੋਰ ਨਹੀਂ ਹੋ ਸਕਦਾ। ਜਿਸ ਨੇ ਹਿਤ ਅਹਨਿਤ ਨਾ ਵਿਚਾਰੇ, ਸਿੱਖਵਨ ਦੇ ਗੁਰ ਵਹਿਰ ਨਿਕਾਰੇ। ਕਹਿੰਦੇ ਕਿ ਇਹ ਤਪੇ ਨੇ ਕੋਈ ਬੁਰਾ ਭਲਾ ਨਹੀਂ ਸੋਚਿਆ, ਕੋਈ ਇਹ ਨਹੀਂ ਮਨ ਵਿੱਚ ਸੋਚਿਆ ਕਿ ਇਹ ਜੋ ਕਰਮ ਮੈਂ ਕਰਨ ਲੱਗਾ ਏ, ਇਹ ਕੰਮ ਮੈਂ ਕਰਨ ਲੱਗਾ ਏ, ਇਹ ਆਉਣ ਵਾਲੇ ਸਮੇਂ ਦੇ ਵਿੱਚ ਮੇਰੇ ਲਈ ਨੁਕਸਾਨਦਾਇਕ ਹੋਵੇਗਾ, ਮੇਰੇ ਲਈ ਇਹ ਹਾਨੀਕਾਰਕ ਹੋਵੇਗਾ। ਇਸ ਕਰਕੇ ਕਹਿੰਦੇ ਸਿੱਖਵਨ ਦੇ ਗੁਰ ਵਹਿਰ ਨਿਕਾਰੇ, ਕਿਸਾਨਾਂ ਨੂੰ ਪੁੱਠੀ ਮੱਤ ਦੇ ਕਰਕੇ, ਪੁੱਠੀ ਸਿੱਖਿਆ ਦੇ ਕਰਕੇ ਗੁਰੂ ਸਾਹਿਬ ਦੇ ਅਤੇ ਇਹਨਾਂ ਦੇ ਸਿੱਖਾਂ ਨੂੰ ਕਹਿੰਦੇ ਨੇ ਕਿ ਇਹਨੇ ਪਿੰਡ ਤੋਂ ਬਾਹਰ ਕਰਵਾਇਆ ਹੈ। ਸ਼੍ਰੀ ਗੁਰ ਅਮਰ ਸੁਨਤ ਦੁਖ ਪਾਇਓ, ਦੇਖੋ ਕਿਆ ਇਮ ਦਵੈਸ਼ ਕਮਾਇਓ। ਹੁਣ ਬਾਬਾ ਅਮਰਦਾਸ ਜੀ ਨੇ ਇਹ ਸਾਰੀ ਵਿਥਿਆ ਨੂੰ ਸੁਣਨਾ ਕੀਤਾ ਏ। ਜਿੰਨੀ ਵੀ ਇਹ ਵਿਥਿਆ ਸੀ ਕਹਿੰਦੇ ਸਾਰੀ ਨੂੰ ਸੁਣ ਕੇ ਕਹਿਣ ਲੱਗੇ ਕਿ ਬਹੁਤ ਮਨ ਦੇ ਵਿੱਚ ਭਾਰੀ ਦੁੱਖ ਮਹਿਸੂਸ ਹੋਇਆ ਏ ਕਿ ਇਹ ਚੰਗਾ ਨਹੀਂ ਕੀਤਾ। ਦੇਖਿਓ ਕਿਆ ਇਨ ਦਵੈਸ਼ ਕਮਾਇਓ, ਕਹਿੰਦੇ ਵੇਖੋ ਭਾਈ ਇਹਨੇ ਕਿੱਡੀ ਤਕੜੀ ਈਰਖਾ ਕਮਾਈ ਹੈ। ਦਵੈਸ਼ ਕਹਿੰਦੇ ਨੇ ਕਿ ਕਿੱਡਾ ਅਪਰਾਧ ਕੀਤਾ ਹੈ, ਈਰਖਾ ਕੀਤੀ ਹੈ। ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਨਾ ਕਿਸੇ ਦਾ ਬੁਰਾ ਕਰਦੇ ਨੇ, ਨਾ ਹੀ ਉਹ ਆਪਣੇ ਸਿੱਖ ਨੂੰ ਇਹ ਕਹਿੰਦੇ ਨੇ ਕਿ ਭਾਈ ਕਿਸੇ ਦਾ ਬੁਰਾ ਕਰੋ। ਕਿਉਂਕਿ ਗੁਰੂ ਤੇ ਹਮੇਸ਼ਾ ਹੀ ਇਹ ਉਪਦੇਸ਼ ਹੈ ਗੁਰੂ ਦਾ, ਭਾਈ ਤੁਸੀਂ ਸਾਰੇ ਇੱਕ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੇ ਭਾਣੇ ਵਿੱਚ ਰਹਿ ਕੇ ਆਪਣੇ ਜੀਵਨ ਨੂੰ ਬਤੀਤ ਕਰਨ ਵਾਲੇ ਜੇ। ਹਜ਼ੂਰ ਜੀ ਦਾ ਇੱਕ ਬਚਨ ਪੜ੍ਹਦੇ ਹਾਂ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਗੁਰੂ ਜੀ ਨੇ ਤੇ ਇੱਥੋਂ ਤੱਕ ਕਹਿ ਦਿੱਤਾ, ਕਹਿੰਦੇ ਭਾਈ ਆਪਣੇ ਭਾਣੇ ਭਾਵ ਕਿ ਆਪਣੇ ਮਨ ਦੇ ਵਿੱਚ, ਮਨ ਦੇ ਮਗਰ ਲੱਗ ਕੇ ਚੱਲਣ ਵਾਲੇ ਇਨਸਾਨ, ਤੂੰ ਇਹ ਸੋਚ ਤੂੰ ਗੁਰੂ ਕੋ ਵਿਛੜ ਚੁੱਕਾ ਹੈ, ਤੂੰ ਗੁਰੂ ਨੂੰ ਇੱਕ ਪਾਸੇ ਕਰਕੇ ਆਪਣੇ ਮਨ ਦੀ ਗੱਲ ਸੁਣਦਾ ਹੈ। ਕਹਿੰਦੇ ਵਿਛੜ ਚੋਟਾਂ ਖਾਵੇ, ਵਿਕਾਰਾਂ ਦੀਆਂ ਚੋਟਾਂ ਤੈਨੂੰ ਸਹਿਣੀਆਂ ਪੈਣਗੀਆਂ। ਉਹ ਪੂਜਣਯੋਗ ਹੈ, ਉਹ ਸਤਿਕਾਰਯੋਗ ਹੈ ਜੋ ਗੁਰੂ ਦੇ ਭਾਣੇ ਦੇ ਵਿੱਚ ਆਪਣੀ ਜ਼ਿੰਦਗੀ ਨੂੰ ਬਤੀਤ ਕਰਦੇ ਨੇ। ਸੋ ਸਿੱਖ ਸਖਾ ਬੰਧਪ ਹੈ ਭਾਈ, ਜੋ ਗੁਰ ਕੇ ਭਾਣੇ ਵਿੱਚ ਆਵੇ। ਕਹਿੰਦੇ ਉਹ ਪੂਜਣਯੋਗ ਹੈ, ਭਾਵੇਂ ਉਹ ਸਿੱਖ, ਭਾਵੇਂ ਉਹਦਾ ਕੋਈ ਰਿਸ਼ਤੇਦਾਰ, ਕੋਈ ਸੱਜਣ ਮਿੱਤਰ, ਜੋ ਵੀ ਹੈ। ਹੁਣ ਬਾਬਾ ਅਮਰਦਾਸ ਜੀ ਕਹਿ ਰਹੇ ਨੇ, ਕਹਿੰਦੇ ਵੇਖੋ ਕਿੱਡਾ ਤਕੜਾ ਇਹਨੇ
ਈਰਖਾ ਕਮਾਈ ਹੈ, ਦਵੈਸ਼ ਭਾਵਨਾ ਇਹਦੇ ਮਨ ਦੇ ਵਿੱਚ ਹੈ। ਸਰਲ ਸਮਾਨ ਚਿਤ ਗੁਰ ਪੂਰੇ, ਰਾਹਕ ਤਪਾ ਮੰਦ ਮਤ ਪੂਰੇ। ਹਜ਼ੂਰ ਦੇ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੇ ਗੁਰੂ ਜੀ ਮਨ ਤੋਂ ਸਿੱਧੇ ਸਾਦੇ ਨੇ, ਭਾਵ ਕਿ ਮਨ ਵਿੱਚ ਸਾਰਿਆਂ ਲਈ ਸਮ ਦ੍ਰਿਸ਼ਟੀ ਹੈ। ਸਮ ਦ੍ਰਿਸ਼ਟੀ ਤੋਂ ਭਾਵ ਕਿ ਸਾਰਿਆਂ ਨੂੰ ਇੱਕ ਨਿਗਾਹ ਦੇ ਨਾਲ ਵੇਖਣ ਵਾਲੇ। ਕਿਉਂਕਿ ਗੁਰੂ ਘਰ ਦੇ ਵਿੱਚ ਨਾ ਕੋਈ ਅਮੀਰ ਹੈ, ਨਾ ਕੋਈ ਗਰੀਬ ਹੈ, ਨਾ ਕੋਈ ਰਾਜਾ ਹੈ, ਨਾ ਕੋਈ ਇਸ ਘਰ ਦੇ ਅੰਦਰ ਚਾਕਰ ਹੈ। ਇਹਦੇ ਗੁਰੂ ਦੇ ਘਰ ਦੇ ਅੰਦਰ ਅਕਾਲ ਪੁਰਖ ਪਰਮਾਤਮਾ ਦੇ ਘਰ ਦੇ ਅੰਦਰ ਤੇ ਸਾਰੇ ਬਰਾਬਰ ਨੇ। ਕਿਉਂਕਿ ਆਪਾਂ ਇਹ ਗੱਲ ਚੰਗੀ ਤਰ੍ਹਾਂ ਜਾਣਦੇ ਹਾਂ, ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਤੋਂ ਲੈ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਤੱਕ ਅੱਜ ਜੇ ਲੰਗਰ ਦੀ ਅਸੀਂ ਪ੍ਰਥਾ ਵੇਖੀਏ, ਇਹ ਹੈ ਹੀ ਇਸੇ ਕਰਕੇ। ਖੰਡੇ ਬਾਟੇ ਦੀ ਪੌਲ ਜੇਕਰ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਬਖਸ਼ੀ ਹੈ, ਇਹ ਇਸੇ ਕਰਕੇ ਸਾਂਝਾ ਬਾਟਾ ਬਖਸ਼ਿਆ। ਭਾਈ ਇਹ ਕੋਈ ਵਿਤਕਰਾ ਨਾ ਕਰੇ ਕਿ ਸ਼ਾਇਦ ਮੈਂ ਕਿਸੇ ਤੋਂ ਵੱਖਰਾ ਹਾਂ। ਸਾਰਿਆਂ ਨੂੰ ਮਹਾਰਾਜ ਜੀਆਂ ਨੇ ਇੱਕ ਕਤਾਰ ਦੇ ਵਿੱਚ ਖੜਿਆਂ ਕੀਤਾ ਹੈ। ਇਸ ਕਰਕੇ ਹਜ਼ੂਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਾਬਤ ਬਾਬਾ ਅਮਰਦਾਸ ਜੀ ਕਹਿ ਰਹੇ ਨੇ, ਸਤਿਗੁਰੂ ਤੇ ਸਮ ਦ੍ਰਿਸ਼ਟ ਨੇ, ਭਾਵ ਕਿ ਸਾਰਿਆਂ ਨੂੰ ਇੱਕ ਬਰਾਬਰ ਇੱਕ ਨਿਗਾਹ ਦੇ ਨਾਲ ਵੇਖਣ ਵਾਲੇ ਨੇ। ਨਾ ਉਹਨਾਂ ਦੀ ਨਿਗਾਹ ਦੇ ਵਿੱਚ ਅਮੀਰ ਹੈ, ਨਾ ਗਰੀਬ ਹੈ, ਨਾ ਰਾਜਾ ਹੈ, ਨਾ ਨੌਕਰ ਹੈ। ਰਾਹਕ ਤਪਾ ਮੰਦ ਤਾ ਮਤ ਪਕੂਰੇ, ਕਹਿੰਦੇ ਰਾਹਕ ਭਾਵ ਕਿ ਉਹ ਕਿਸਾਨ ਆਉਣ ਵਾਲੇ, ਤੇ ਤਪਾ ਸ਼ਿਵਨਾਮ ਕਹਿੰਦੇ ਇਹ ਮਨ ਮਤ ਹੈ, ਅਕਲ ਤੋਂ ਹੀਣੇ ਨੇ, ਮੋਟੀ ਮਤ ਵਾਲੇ ਨੇ, ਜਾਂ ਇਉਂ ਕਹਿ ਲਓ ਕਿ ਇਹਨਾਂ ਨੂੰ ਗੁਰੂ ਦੀ ਅਜ਼ਮਤ ਦੇ ਬਾਰੇ, ਗੁਰੂ ਦੇ ਗਿਆਨ ਬਾਰੇ ਪਤਾ ਨਹੀਂ ਹੈ। ਲੇਨ ਦੇਨ ਤਿਨ ਕੋ ਨਹਿ ਕੋਈ, ਕਯੋ ਕੁਕਰਮ ਮਿਲ ਠਾਨਿਓ ਸੋਈ। ਕਹਿੰਦੇ ਕਿ ਕਿਰਸਾਨਾਂ ਦਾ, ਆਉਣ ਵਾਲੇ ਉਹਨਾਂ 10-12 ਦਾ ਸਤਿਗੁਰੂ ਜੀ ਦੇ ਨਾਲ ਕੋਈ ਲੈਣ ਦੇਣ ਨਹੀਂ ਹੈ। ਉਹ ਤੇ ਸਿਰਫ ਸਿੱਖੇ ਸਿਖਾਏ, ਜਿਵੇਂ ਉਹਨਾਂ ਨੂੰ ਸਿਖਾ ਦਿੱਤਾ ਏ ਉਸੇ ਤਰ੍ਹਾਂ ਉਹ ਰਲ ਕੇ ਇਸ ਕੁਕਰਮ ਨੂੰ ਕਰਨ ਦੇ ਵਾਸਤੇ ਆ ਗਏ ਨੇ। ਮੋਤੇ ਜਰਿਓ ਜਾਏ ਨਾ ਕੈਸੇ, ਜਾਵਦ ਫਲ ਮੈਂ ਦੇਉ ਨਾ ਤੈਸੇ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਬਾਬਾ ਅਮਰਦਾਸ ਜੀ ਕਹਿ ਰਹੇ ਨੇ, ਕਹਿੰਦੇ ਮੇਰੇ ਕੋ ਇਹ ਸਾਰਾ ਕੁਝ ਕੀਤਾ ਹੋਇਆ ਜਰਿਆ ਨਹੀਂ ਜਾ ਰਿਹਾ। ਹਾਂ, ਉਦੋਂ ਤੱਕ ਨਾ ਜਰਿਆ ਜਾਵੇਗਾ ਜਿਸ ਟਾਈਮ ਤੱਕ ਭਾਵ ਕਿ ਇਹਦੀ ਕਰਤੂਤ ਦਾ, ਇਹਦੀ ਕੀਤੀ ਹੋਈ ਕਰਤੂਤ ਦਾ ਇਹਨੂੰ ਫਲ ਨਹੀਂ ਮਿਲ ਜਾਂਦਾ। ਹੁਣ ਹੋਵੇ ਗੁਰੂ ਕਾ ਸਿੱਖ, ਗੁਰੂ ਸਾਹਿਬ ਜੀ ਦੇ ਲਈ ਉਹਦਾ ਇੰਨਾ ਕੁ ਤੇ ਫਰਜ਼ ਬਣਦਾ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਇਹਨਾਂ ਮੰਦ ਅਕਲ ਵਾਲਿਆਂ, ਮੰਦ ਬੁੱਧੀ ਵਾਲਿਆਂ ਕਿਸ ਤਰ੍ਹਾਂ ਦਾ ਭਾਵ ਕਿ ਇਹਨਾਂ ਲਈ ਸੋਚਣੀ ਹੈ, ਕਿੱਥੋਂ ਤੱਕ ਇਹ ਆਪਣੇ ਮਨ ਨੂੰ ਲੈ ਕੇ ਗਏ ਨੇ, ਸੋਚ ਨੂੰ ਲੈ ਕੇ ਗਏ ਨੇ। ਬਾਬਾ ਅਮਰਦਾਸ ਜੀ ਕਹਿੰਦੇ ਜਾਵਦ ਫਲ ਮੈਂ ਦਿਉ ਨਾ ਤੈਸੇ, ਜਿੰਨਾ ਚਿਰ ਇਹਨਾਂ ਨੂੰ ਕੀਤੇ ਹੋਏ ਕਰਮਾਂ ਦਾ ਫਲ ਨਹੀਂ ਮਿਲ ਜਾਂਦਾ, ਉਹਨਾਂ ਚਿਰ ਕਹਿੰਦੇ ਨੇ ਇਹ ਸਾਥੋਂ ਜਰਿਆ ਨਹੀਂ ਜਾਣਾ। ਇਮ ਕਹਿ ਗਏ ਪੰਚਾਇਤ ਪਾਸ, ਬੈਠੇ ਧਾਰਿਓ ਬਰਖਾ ਆਸ। ਕਹਿੰਦੇ ਇਸ ਤਰ੍ਹਾਂ ਕਹਿ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਬਾਬਾ ਅਮਰਦਾਸ ਜੀ ਉਸ ਜਗ੍ਹਾ ਤੋਂ ਹੁਣ ਉਸ ਪੰਚਾਇਤ ਵੱਲ ਜਾਂਦੇ ਨੇ, ਜਿੱਥੇ ਕਹਿੰਦੇ ਨੇ ਕਾਫੀ ਲੋਕ ਇਕੱਠੇ ਹੋਏ ਨੇ, ਤੇ ਇਹ ਆਪੋ ਦੇ ਵਿੱਚ ਇਹ ਸਲਾਹ ਕਰ ਰਹੇ ਨੇ, ਕਹਿੰਦੇ ਕਿ ਅਸੀਂ ਗੁਰੂ ਸਾਹਿਬ ਨੂੰ ਵੀ ਪਿੰਡ ਦੇ ਵਿੱਚੋਂ ਬਾਹਰ ਕਰ ਦਿੱਤਾ, ਪਰ ਵਰਖਾ ਤੇ ਅਜੇ ਤੱਕ ਨਹੀਂ ਹੋਈ। ਜਿਵੇਂ ਤਪੇ ਨੇ ਕਿਹਾ ਸੀ, ਸ਼ਿਵਨਾਮ ਨੇ ਕਿਹਾ ਸੀ, ਉਸੇ ਤਰ੍ਹਾਂ ਅਸੀਂ ਕਰ ਦਿੱਤਾ ਹੈ। ਆਪੋ ਦੇ ਵਿੱਚ ਇਹ ਗੱਲਾਂ ਕਰ ਰਹੇ ਨੇ, ਕਹਿੰਦੇ ਨੇ ਵਰਖਾ ਦੀ ਆਸ ਲਾ ਕੇ, ਮੀਂਹ ਦੀ ਆਸ ਲਾ ਕੇ ਇਹ ਬੈਠੇ ਹੋਏ ਨੇ। ਪੋ ਰਾਹਿਕ ਗਨ ਕਾਜ ਤੁਮਾਰੇ, ਕਯੋ ਕਦੋਂ ਨਹਿ ਗੁਰੂ ਨਿਕਾਰੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਜਾ ਕੇ ਕਹਿਣ ਲੱਗੇ, ਕਹਿੰਦੇ ਉਹਨਾਂ ਨੂੰ ਕਿਹਾ ਕਿ ਇਹ ਕਿਰਸਾਨੋ, ਕਿ ਗੁਰੂ ਸਾਹਿਬ ਜੀ ਨੇ ਤੁਹਾਡਾ ਕੀ ਵਿਗਾੜਿਆ ਸੀ? ਗੁਰੂ ਪਾਤਸ਼ਾਹ ਜੀ ਨੇ ਤੁਹਾਡਾ ਕੀ ਵਿਗਾੜਿਆ ਸੀ? ਕਿਉਂ ਪਾਤਸ਼ਾਹ ਜੀ ਨੂੰ ਇਸ ਨਗਰ ਦੇ ਵਿੱਚੋਂ ਤੁਸੀਂ ਬਾਹਰ ਕੱਢਣਾ ਕੀਤਾ ਏ? ਜੋ ਇੱਛਾ ਮਨ ਮੈਂ ਤੁਮ ਠਾਨੀ, ਭਇਓ ਕਿ ਨਹੀਂ ਖੇਤੋ ਮਹਿ ਪਾਨੀ। ਕਿ ਜੋ ਇੱਛਾ ਤੁਹਾਡੇ ਮਨ ਦੇ ਵਿੱਚ ਸੀ,
ਜਿਸ ਕਾਰਜ ਲਈ ਤੁਹਾਨੂੰ ਕਿਹਾ ਗਿਆ ਸੀ, ਜੋ ਕੁਕਰਮ ਤੁਸੀਂ ਕੀਤਾ ਹੈ, ਕਿ ਉਹ ਕਰਮ ਤੁਹਾਡਾ ਪੂਰਾ ਹੋਇਆ ਅਜੇ ਤੱਕ ਕਿ ਨਹੀਂ ਹੋਇਆ? ਕਿ ਤੁਹਾਡੇ ਖੇਤਾਂ ਨੂੰ ਸੁੱਕਦੀ ਹੋਈ ਫਸਲ ਨੂੰ ਅਜੇ ਤੱਕ ਪਾਣੀ ਦੀ ਬੂੰਦ ਵੀ ਮਿਲੀ ਹੈ ਕਿ ਨਹੀਂ ਮਿਲੀ? ਹੁਣ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿ ਰਹੇ ਨੇ, ਭਇਓ ਕਿ ਨਹਿ ਖੇਤੋ ਮਹਿ ਪਾਣੀ, ਕਿ ਤੁਹਾਡੇ ਖੇਤਾਂ ਦੇ ਵਿੱਚ ਪਾਣੀ ਦੀ ਬੂੰਦ ਵੀ ਪਈ ਹੈ ਕਿ ਨਹੀਂ? ਸੁਨ ਕਿਰ ਕਾਰਨ ਐਸੇ ਬੈਨ, ਕਹਿਤ ਭਏ ਕੋ ਬਰਖਾ ਹੈ ਨਾ। ਜਦੋਂ ਬਾਬਾ ਅਮਰਦਾਸ ਜੀ ਦੇ ਇਹ ਬਚਨ ਸੁਣੇ, ਕਿਉਂਕਿ ਬਾਬਾ ਅਮਰਦਾਸ ਜੀ ਨੂੰ ਵੀ ਇਹ ਜਾਣਦੇ ਸਨ, ਹਜ਼ੂਰ ਜੀ ਖਡੂਰ ਸਾਹਿਬ ਦੀ ਧਰਤੀ ਦੇ ਉੱਤੇ ਜਦੋਂ ਪਾਤਸ਼ਾਹ ਜੀ ਦੀ ਸੇਵਾ ਦੇ ਵਿੱਚ ਲੱਗੇ ਸਨ, ਇਹਨਾਂ ਦਾ ਆਉਣ ਜਾਣ ਵੀ ਜ਼ਰੂਰ ਗੁਰੂ ਪਾਤਸ਼ਾਹ ਜੀ ਦੇ ਪਾਸ ਹੁੰਦਾ ਹੋਵੇਗਾ, ਭਾਵੇਂ ਕਿ ਉਸ ਟਾਈਮ ਦੇ ਉੱਤੇ ਹਜ਼ੂਰ ਜੀ ਦੇ ਪਾਸ ਇਹ ਆਉਂਦੇ ਨੇ। ਜਿਸ ਟਾਈਮ ਦੇ ਉੱਤੇ ਕਹਿਣ ਲੱਗੇ, ਕਹਿੰਦੇ ਕਿਰਸਾਨਾਂ ਨੇ ਐਸੇ ਬੈਣ, ਇਸ ਤਰ੍ਹਾਂ ਕਹਿਣ ਲੱਗੇ, ਕਹਿਤ ਭਏ ਕੋ ਬਰਖਾ ਹੈ ਨਾ, ਕਹਿੰਦੇ ਕਿ ਇਉਂ ਲੱਗਦਾ ਹੈ ਕਿ ਬਰਖਾ ਹੈ ਹੀ ਨਹੀਂ ਹੈ। ਅਸੀਂ ਸੋਚਿਆ ਸੀ ਕਿ ਇਸ ਤਰ੍ਹਾਂ ਕਰਨ ਦੇ ਨਾਲ, ਜਿਵੇਂ ਤਪੇ ਨੇ ਸਾਨੂੰ ਕਿਹਾ ਹੈ, ਸਾਡੇ ਖੇਤਾਂ ਦੇ ਵਿੱਚ, ਸਾਡੀ ਜ਼ਮੀਨ ਦੇ ਵਿੱਚ, ਸਾਡੇ ਨਗਰ ਦੇ ਵਿੱਚ ਬਰਖਾ ਪੈ ਜਾਵੇਗੀ। ਕਹਿਓ ਤਪੇ ਕੋ ਹਮ ਨਹੀਂ ਕੀਨਾ, ਹਵੈ ਤੇ ਆਤੁਰ ਨੀਰ ਨਹੀਨਾ, ਕਹਿੰਦੇ ਕਿ ਅਸੀਂ ਤਾਂ ਬਿਲਕੁਲ ਉਸੇ ਤਰ੍ਹਾਂ ਕੀਤਾ ਹੈ ਜਿਵੇਂ ਤਪੇ ਨੇ ਕਿਹਾ ਸੀ ਸਾਨੂੰ, ਜਿਵੇਂ ਸ਼ਿਵਨਾਭ ਨੇ ਕਿਹਾ ਸੀ। ਕਹਿੰਦੇ ਪਰ ਹਾਂ, ਹਵੈ ਕੇ ਆਤੁਰ ਨੀਰ ਮਹੀਨਾ, ਅਸੀਂ ਪਾਣੀ ਤੋਂ ਵਿਆਕੁਲ ਹੋ ਚੁੱਕੇ ਹਾਂ, ਮੀਂਹ ਨੂੰ ਤਰਸਦੇ ਪਏ ਹਾਂ। ਕੋ ਬਰਖਾ ਬਰਖਾਵਨ ਕਰੇ, ਤਿਸ ਕੋ ਕਹਿਓ ਨਾ ਹਮ ਤੇ ਫਿਰੈ, ਕਹਿੰਦੇ ਜੀ ਭਾਵੇਂ ਤਪਾ ਹੋਵੇ ਜਾਂ ਕੋਈ ਹੋਰ ਹੋਵੇ, ਕੋਈ ਵੀ ਹੋਵੇ, ਕਹਿੰਦੇ ਕਿ ਬਰਖਾ ਪਵਾ ਦੇਵੇ, ਮੀਂਹ ਪਵਾ ਦੇਵੇ, ਤਾਂ ਕਹਿੰਦੇ ਨੇ ਕਿ ਉਸ ਦਾ ਆਖਾ ਸਾਥੋਂ ਮੋੜਿਆ ਨਹੀਂ ਜਾਂਦਾ। ਜੇਕਰ ਕੋਈ ਕਵੇ ਕਿ ਅਸੀਂ ਵਰਖਾ ਪਵਾ ਦੇਵਾਂਗੇ, ਉਹ ਜਿਵੇਂ ਹੀ ਕਵੇਗਾ ਉਸੇ ਤਰ੍ਹਾਂ ਅਸੀਂ ਕਰਨ ਨੂੰ ਬਿਲਕੁਲ ਤਿਆਰ ਹੋ ਜਾਵਾਂਗੇ, ਉਹਦੇ ਆਖੇ ਨੂੰ ਅਸੀਂ ਮੋੜ ਨਹੀਂ ਸਕਦੇ। ਜਿਸ ਅਧੀਨ ਜੀਵਨ ਸਭ ਕੇਰਾ, ਹਵੈ ਆਸ ਅਨ ਸੋ ਖੇਤ ਕਨੇਰਾ, ਕਹਿੰਦੇ ਸਾਡਾ ਜੀਵਨ ਸਾਡੇ ਖੇਤਾਂ ਦੇ ਵਿੱਚ ਉਗਦਾ ਹੋਇਆ ਅੰਨ ਹੈ, ਜਿਹੜਾ ਜੋ ਅਸੀਂ ਕਿਰਸਾਨ ਬੀਜਦੇ ਹਾਂ, ਉਹਦੇ ਆਸਰੇ ਤੇ ਚੱਲਦਾ ਏ, ਉਹਦੇ ਅਧੀਨ ਚੱਲਦਾ ਏ। ਅਸੀਂ ਆਪਣੇ ਧੀਆਂ ਪੁੱਤਰਾਂ ਦੇ ਲਈ, ਪਰਿਵਾਰ ਦੇ ਲਈ ਖੇਤੀ ਕਰਦੇ ਹਾਂ, ਤੇ ਅਸੀਂ ਪਰਿਵਾਰ ਦੇ ਅਧੀਨ ਆ। ਜਿੰਨਾ ਚਿਰ ਘਰ ਦੇ ਵਿੱਚ ਅਨਾਜ ਦਾ ਦਾਣਾ ਨਹੀਂ ਆਵੇਗਾ, ਖੇਤੀ ਨਹੀਂ ਕਰਾਂਗੇ, ਉਹਨਾਂ ਚਿਰ ਪਰਿਵਾਰ ਸਾਡੇ ਚੱਲਣਗੇ ਕਿੱਥੋਂ? ਅਸੀਂ ਆਪਣੇ ਬੱਚਿਆਂ ਨੂੰ ਖਵਾਵਾਂਗੇ ਕਿ ਬਾਕ ਤਪੇ ਕੋ ਮਾਨਿਓ ਸਹੀ, ਤਉ ਭਈ ਬਰਖਾ ਕਿਮ ਨਹੀਂ, ਕਹਿੰਦੇ ਅਸੀਂ ਤਪੇ ਦੇ ਸ਼ਿਵਨਾਭ ਦੇ ਜਿਹੜੇ ਬਚਨ ਸੀ ਉਹਨਾਂ ਨੂੰ ਸਹੀ ਕਰਕੇ ਮੰਨ ਲਿਆ। ਸਾਨੂੰ ਤੇ ਜਿਵੇਂ ਬੁਝਦਾ ਹੋਇਆ ਦੀਵਾ ਹੋਵੇ ਨਾ, ਉਹਦੇ ਵਿੱਚ ਤੇਲ ਪਾ ਦਿਓ ਤੇ ਉਹਨੂੰ ਆਸ ਹੋ ਜਾਂਦੀ ਹੈ ਕਿ ਤੇਲ ਹੈ, ਉਹਦੀ ਲਾਟ ਜਿਹੜੀ ਹੈ ਫਿਰ ਨਿਕਲ ਲੱਗ ਪੈਂਦੀ ਹੈ, ਅੱਗ ਫਿਰ ਫੜ ਲੈਂਦੀ ਹੈ, ਵੱਟੀ ਜਿਹੜੀ ਹੈ ਉਹ ਹੋਰ ਮੱਚਦੀ ਹੈ। ਕਹਿੰਦੇ ਸਾਨੂੰ ਆਸ ਸੀ, ਸਾਨੂੰ ਕਿਹਾ ਗਿਆ ਕਿ ਤੁਹਾਡੇ ਨਗਰ ਦੇ ਵਿੱਚ ਮੀਂਹ ਪਵਾ ਦੇਵਾਂਗੇ, ਸਾਡੀ ਆਸ ਉਹਦੇ ਤੇ ਵੱਜ ਗਈ ਕਿ ਇਹ ਜ਼ਰੂਰ ਮੀਂਹ ਪਵਾਵੇਗਾ। ਪਰ ਹਾਂ, ਬਾਕ ਤਪੇ ਕੋ ਮਾਨਿਓ ਸਹੀ, ਉਹਦੇ ਬਚਨਾਂ ਨੂੰ, ਉਹਦੀਆਂ ਗੱਲਾਂ ਨੂੰ ਅਸੀਂ ਸਹੀ ਕਰਕੇ ਮੰਨ ਲਿਆ। ਉਹਦੀਆਂ ਗੱਲਾਂ ਨੂੰ ਤੇ ਸਹੀ ਕਰਕੇ ਮੰਨਿਆ ਸੀ। ਕਹਿਣ ਲੱਗੇ ਤਉ ਪਈ ਬਰਖਾ ਕਿਮ ਨਹੀਂ, ਪਰ ਕਹਿੰਦੇ ਅਜੇ ਤੱਕ ਕੋਈ ਵੀ ਬਰਖਾ ਦੀ ਬੂੰਦ ਨਹੀਂ ਪਈ, ਅਜੇ ਤੱਕ ਅਸੀਂ ਬਰਖਾ ਤੋਂ ਹੀਣੇ ਹਾਂ, ਸਖਣੇ ਹਾਂ। ਹਮ ਤਿਸ ਕੀ ਆਇਸ ਕੋ ਆਸਮਾਨ ਹੈ, ਨਹੀਂ ਕਰਨ ਪੀ ਕਰ ਬੈਠਾਨ ਹੈ। ਇਸ ਕਰਕੇ ਕਹਿੰਦੇ ਕਿ ਅਸੀਂ ਵਿਆਕੁਲ ਹੋ ਚੁੱਕੇ ਹਾਂ, ਅਸੀਂ ਬਹੁਤ ਤਰਸ ਰਹੇ ਹਾਂ। ਨਿਜ ਜੀਵਨ ਚਹਿ ਅਰਨ ਕੀਨਾ, ਕਹਿੰਦੇ ਅਸੀਂ ਆਪਣੇ ਜੀਵਨ ਦੇ ਇੱਛਾ ਜਿਹੜੀ ਸੀ ਉਹਦੇ ਸਾਹਮਣੇ ਲੈ ਕੇ ਗਏ ਸਾਂ, ਜੀਵਨ ਦੇ ਵਿੱਚ ਸਾਨੂੰ ਜੋ ਚਾਹੀਦਾ ਸੀ ਉਹਦੇ ਪਾਸ ਲੈ ਕੇ ਗਏ ਸਾਂ। ਕਹਿੰਦੇ ਉਹ ਇਉਂ ਲੱਗਦਾ ਏ ਕਿ ਉਹ ਨਾ ਕਰਨ ਯੋਗ ਹੈ,
ਉਹ ਇਸ ਕੰਮ ਨੂੰ ਕਰ ਨਹੀਂ ਸਕਦਾ। ਇਹ ਸਾਨੂੰ ਇਉਂ ਮਹਿਸੂਸ ਹੁੰਦਾ ਹੈ, ਕਹਿੰਦੇ ਕਿ ਇਹ ਕੰਮ ਉਹ ਕਰ ਨਹੀਂ ਸਕਦਾ। ਬਰਖਾ ਦੇ ਕਰ ਕ੍ਰਿਖੀ ਹਿਤ ਕਰਹੀ, ਹਮ ਰਾਹਕ ਤਿਨਹੀ ਇਸ ਅਨਹੀ। ਕਹਿਣ ਲੱਗੇ ਅਸੀਂ ਸੋਚਿਆ ਸੀ ਕਿ ਤਪਾ ਜਿਹੜਾ ਏ ਉਹ ਮੀਂਹ ਪਵਾ ਦੇਵੇਗਾ ਤੇ ਸਾਡੀ ਖੇਤੀ ਹਰੀ ਹੋ ਜਾਵੇਗੀ। ਅਸੀਂ ਇਸ ਕਰਕੇ ਕਹਿੰਦੇ ਲੋਕ ਉਹਦੇ ਅਧੀਨ ਹੋ ਗਏ ਸਾਂ, ਉਹਦੀਆਂ ਗੱਲਾਂ ਵਿੱਚ ਆ ਗਏ ਸਾਂ। ਇਸ ਕੀ ਆਏ ਸੋ ਸੋ ਆਸਮਾਨ ਹੈ, ਨਹੀਂ ਕਰਨ ਪੀ ਕਰ ਬੈਠਾਨ ਹੈ। ਉਸ ਦੀ ਆਗਿਆ ਨਾ ਮੰਨਦੇ, ਉਸ ਦੀ ਗੱਲ ਨੂੰ ਅਸੀਂ ਨਾ ਮੰਨਦੇ। ਕਹਿੰਦੇ ਇਹ ਕਿਵੇਂ ਹੋ ਸਕਦਾ? ਇਸੇ ਪ੍ਰਕਾਰ ਵੀ ਜਿਵੇਂ ਉਹਨੇ ਕਿਹਾ ਉਸੇ ਤਰ੍ਹਾਂ ਅਸੀਂ ਉਹਦੀ ਗੱਲ ਨੂੰ ਮੰਨਣਾ ਕੀਤਾ ਹੈ। ਇਮ ਸ਼੍ਰੀ ਅਮਰਦਾਸ ਸੁਨ ਬੈਨ, ਕਹਿਓ ਸੋ ਸ਼ੋਭ ਕੋਪ ਹਸਨੈਨ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਬਾਬਾ ਅਮਰਦਾਸ ਜੀ ਨੇ ਇਹਨਾਂ ਦੀ ਸਾਰੀ ਗੱਲ ਨੂੰ ਸੁਣੀ, ਸਾਰੀ ਵਿਥਿਆ ਨੂੰ ਇਹਨਾਂ ਦੀ ਨੂੰ ਵੀ ਸੁਣ ਲਿਆ। ਕਹਿੰਦੇ ਮਹਾਰਾਜ ਜੀ ਬਾਬਾ ਅਮਰਦਾਸ ਜੀ ਕਹਿੰਦੇ ਕਹਿਓ ਸੋ ਸ਼ੋਭ ਕੋਪ ਰਸ ਲੈਨ। ਜਿਹੜੇ ਬਹੁਤ ਹੀ ਭਾਵ ਕੇ ਪਿਆਰ ਵਾਲੇ, ਰਸਨਾ ਤੋਂ ਆਪਣੀ ਜ਼ੁਬਾਨ ਤੋਂ ਮਿਠਾਸ ਦੇ ਨਾਲ ਬੋਲਣ ਵਾਲੇ, ਸੁੰਦਰ ਨੈਣਾ ਵਾਲੇ ਕਹਿੰਦੇ ਨੇ ਕਿ ਹੁਣ ਬਚਨ ਕਰ ਰਹੇ ਨੇ। ਕਹੇ ਤਪੇ ਕੇ ਘਨ ਨਹੀਂ ਆਵਾ, ਸ਼੍ਰੀ ਗੁਰ ਗ੍ਰਾਮਹਿ ਤੇ ਨਿਕਸਾਵਾ। ਕਹਿੰਦੇ ਤੁਸੀਂ ਬਰਖਾ ਦੀ ਗੱਲ ਕਰਦੇ ਹੋ, ਮੀਂਹ ਦੀ ਗੱਲ ਕਰਦੇ ਹੋ, ਤਪੇ ਦੇ ਕਹਿਣ ਦੇ ਨਾਲ ਤੇ ਬੱਦਲ ਵੀ ਨਹੀਂ ਆਉਣਗੇ। ਜੇਕਰ ਤੁਸੀਂ ਮੀਂਹ ਦੀ ਗੱਲ ਕਰਦੇ ਹੋ, ਇਹ ਭੁੱਲ ਜਾਓ ਕਿ ਤਪੇ ਦੇ ਕਹਿਣ ਦੇ ਉੱਤੇ ਮੀਂਹ ਪਵੇਗਾ। ਸ਼੍ਰੀ ਗੁਰ ਗ੍ਰਾਮਹਿ ਤੇ ਨਿਕਸਾਵਾ। ਕਿਉਂ? ਕਿਉਂਕਿ ਤੁਸੀਂ ਵੱਡਾ ਅਪਰਾਧ ਕੀਤਾ ਹੈ, ਬਹੁਤ ਵੱਡਾ ਪਾਪ ਕੀਤਾ ਹੈ ਕਿ ਗੁਰੂ ਸਾਹਿਬ ਜੀ ਨੂੰ ਤੁਸੀਂ ਪਿੰਡ ਦੇ ਵਿੱਚੋਂ ਬਾਹਰ ਜਾਣ ਲਈ ਕਿਹਾ ਹੈ। ਸ਼੍ਰੀ ਸਤਿਗੁਰ ਕੀ ਸੇਵਕ ਜੀ, ਬਰਖਾ ਦੇਨ ਸ਼ਕਤ ਧਰ ਤੇ। ਹਜ਼ੂਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੂੰ ਸੰਬੋਧਿਤ ਹੋ ਕਰਕੇ ਬਾਬਾ ਅਮਰਦਾਸ ਜੀ ਕਹਿ ਰਹੇ ਨੇ, ਕਹਿਣ ਲੱਗੇ ਤੁਸੀਂ ਗੁਰੂ ਸਾਹਿਬ ਜੀ ਦੇ ਪਾਸ ਭਾਵੇਂ ਨਾ ਹੀ ਆਉਂਦੇ, ਪਰ ਹਾਂ ਗੁਰੂ ਸਾਹਿਬ ਜੀ ਦੇ ਪਾਸ ਵਸਦੇ ਹੋਏ ਕਿਸੇ ਵੀ ਸੇਵਕ ਦੇ ਪਾਸ ਆਣ ਕੇ ਕਹਿ ਦਿੰਦੇ ਨਾ ਕਿ ਨਗਰ ਦੇ ਵਿੱਚ ਵਰਖਾ ਨਹੀਂ ਹੋ ਰਹੀ, ਸਾਡੀਆਂ ਜ਼ਮੀਨਾਂ, ਸਾਡੀ ਖੇਤੀ ਜਿਹੜੀ ਹੈ ਉਹ ਸੁੱਕ ਰਹੀ ਹੈ। ਕਹਿੰਦੇ ਕਿ ਗੁਰੂ ਦੇ ਸਿੱਖ ਦੇ ਵਿੱਚ, ਗੁਰੂ ਪਾਸ ਜੋ ਰਹਿ ਰਹੇ ਸਿੱਖ ਨੇ, ਉਹਨਾਂ ਵਿੱਚ ਵੀ ਇੰਨੀ ਸ਼ਕਤੀ ਹੈ, ਉਹਨਾਂ ਵਿੱਚ ਵੀ ਇੰਨੀ ਤਾਕਤ ਹੈ ਕਿ ਤੁਹਾਡੀ ਇਹ ਗੱਲ, ਤੁਹਾਡੀ ਇਹ ਅਰਦਾਸ ਭਾਵ ਕਿ ਮਨ ਦੀ ਜੋ ਭਾਵਨਾ ਸੀ ਉਹ ਸਿੱਖ ਦੇ ਪਾਸ ਵੀ ਆ ਕੇ ਕਹਿ ਦਿੰਦੇ, ਉਹ ਪੂਰੀ ਹੋ ਜਾਣੀ ਸੀ। ਕਿਸੇ ਸਿੱਖ ਦੇ ਪਾਸ ਆਣ ਕੇ ਇਹ ਬਚਨ ਕਰ ਦਿੰਦੇ ਨਾ ਤਾਂ ਵੀ ਪੂਰੇ ਹੋ ਜਾਣੇ ਸੀ। ਪਰ ਹਾਂ ਤੁਸੀਂ ਆਪਣੇ ਅਸਲੇ ਤੋਂ ਟੁੱਟ ਗਏ ਜੇ, ਰਸਤੇ ਤੋਂ ਭਟਕ ਗਏ ਜੇ, ਤਪੇ ਦੇ ਪਾਸ ਤੁਸੀਂ ਗਏ ਜੇ। ਕਹਿਓ ਕਿਨਹੁ ਕੋ ਮਾਨੋ ਨੀਕ, ਬਰਖੇ ਮੇਘ ਭਵਾਤੋ ਜੀ ਕਾ। ਕਹਿਣ ਲੱਗੇ ਹੁਣ ਕਹਿੰਦੇ ਨੇ ਕਿ ਜੇਕਰ ਚੰਗਾ ਹੋਵੇ ਨਾ, ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਮਨ ਦੀ ਜਿਹੜੀ ਹੈ ਉਹ ਇੱਛਾ ਪੂਰੀ ਹੋਵੇ, ਤੁਹਾਡੇ ਅਨੁਸਾਰ ਜਿੰਨੇ ਤੁਸੀਂ ਚਾਹੁੰਦੇ ਹੋ ਓਨੀ ਵਰਸ਼ਾ ਹੋਵੇ, ਤੇ ਹੋਵੇਗਾ ਬਿਲਕੁਲ ਉਸੇ ਤਰ੍ਹਾਂ ਜਿਵੇਂ ਤੁਸੀਂ ਕਹਿੰਦੇ ਹੋ। ਕਿਉਂ? ਕਿਉਂਕਿ ਹੁਣ ਧੰਨ ਬਾਬਾ ਅਮਰਦਾਸ ਜੀ ਨੇ ਇੱਕ ਜੁਗਤੀ ਵਰਤੀ। ਜੁਗਤੀ ਇਹ ਵਰਤੀ ਕਿ ਨਾਲ ਹੀ ਇਹ ਭੁੱਲੇ ਤੇ ਭਟਕੇ ਹੋਏ ਕਿਰਸਾਨ ਸਨ, ਜਿਹੜੇ ਮੰਦ ਬੁੱਧੀ ਵਾਲੇ ਲੋਕ, ਉਹਨਾਂ ਨੂੰ ਗੁਰੂ ਦੀ ਅਜ਼ਮਤ ਤੋਂ ਜਾਣੂ ਕਰਵਾਉਣਾ ਤੇ ਸ਼ਿਵ ਨਾਮ ਨੂੰ ਇਹਦੇ ਕੀਤੇ ਹੋਏ ਕਰਮਾਂ ਦਾ ਜਿਹੜੀ ਸੀ ਉਹ ਸਜ਼ਾ ਦਿਵਾਉਣੀ। ਹਜ਼ੂਰ ਜੀ ਨੇ ਇਹਨਾਂ ਨੂੰ ਹੁਣ ਆਖਿਆ ਕਿ ਤੁਹਾਨੂੰ ਇੱਕ ਤਰੀਕਾ ਦੱਸਦੇ ਹਾਂ, ਕਿਸ ਤਰ੍ਹਾਂ ਤੁਹਾਡੇ ਇਸ ਨਗਰ ਦੇ ਵਿੱਚ ਵਰਖਾ ਹੋ ਸਕਦੀ, ਮੀਂਹ ਪੈ ਸਕਦਾ ਹੈ, ਪਰ ਹਾਂ ਕਰਨਾ ਤੁਹਾਨੂੰ ਉਸੇ ਤਰ੍ਹਾਂ ਪਵੇਗਾ। ਜਿਵੇਂ ਤੁਹਾਨੂੰ ਦੱਸਾਂਗੇ ਉਸ ਤਰ੍ਹਾਂ ਕਰਿਓ। ਜੇਕਰ ਉਸੇ ਤਰ੍ਹਾਂ ਚੱਲੋਗੇ ਕਿ ਫਿਰ ਤੁਹਾਡੇ ਨਗਰ ਦੇ ਵਿੱਚ ਬਹੁਤ ਭਾਰੀ ਮੀਂਹ ਪਵੇਗਾ। ਆਓ ਕੀ ਜੁਗਤੀ ਹੈ, ਕਿਸ ਤਰ੍ਹਾਂ ਬਾਬਾ ਅਮਰਦਾਸ ਜੀ ਇਹਨਾਂ ਨੂੰ ਸਮਝਾਉਣਾ ਕਰ ਰਹੇ ਨੇ, ਕੱਲ ਦੇ ਦੀਵਾਨਾਂ ਵਿੱਚ ਇਸ ਬਾਬਤ ਵਿਚਾਰ ਕਰਾਂਗੇ। ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਸਭਨਾਂ ਦੇ ਸਿਰ ਉੱਤੇ ਮਾਲਕ ਜੀ ਮਿਹਰ ਭਰਿਆ ਹੱਥ ਰੱਖਣ। ਵਿਚਾਰ ਕਰਦੇ ਆ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬਖਸ਼ਣ ਜੋਗ ਅੰਤ ਵਿੱਚ ਬੁਲਾਓ। ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਕਰਦੇ ਹਾਂ ਜਿਨ੍ਹਾਂ ਟਾਈਮ